ਬਸ ਉਹ ਨੰਬਰਾਂ ਦੀ ਜੇ ਗੱਲ ਅੱਗੇ ਤੋਰੀਏ ਤੇ ਨੰਬਰ ਜਿਹੜੇ ਬਜਟ ਵਾਲੇ ਨੇ ਫੈਡਰਲ ਬਜਟ ਦੇ 2 ਸਾਲ ਹੋ ਗਏ ਬਜਟ ਆਇਆ ਨਹੀਂ ਸੀ ਤੇ ਇਹ ਕੈਨੇਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਇੰਨਾ ਲੰਬਾ ਵਕਫਾ ਪੈ ਗਿਆ ਹੋਵੇ ਇਨ ਬਿਟਵੀਨ ਬਜਟਸ। ਜਸਟਿਨ ਟਰੂਡੋ ਦੀ ਜਿਹੜੀ ਮਾਈਨੋਰਿਟੀ ਸਰਕਾਰ ਆਈ ਅਕਤੂਬਰ 2019 ਦੇ ਵਿੱਚ, ਉਹ ਤੋਂ ਬਾਅਦ ਇਹ ਪਹਿਲਾ ਬਜਟ ਹੋਏਗਾ। ਮਾਰਚ 2019 ਤੋਂ ਬਾਅਦ ਪਹਿਲਾ ਬਜਟ ਹੋਏਗਾ। ਕਰੈਕਟ, ਯੈਸ, ਮਾਰਚ 2019 ਤੋਂ ਬਾਅਦ। 2019 ਦੇ ਵਿੱਚ ਲਾਸਟ ਬਜਟ ਉਦੋਂ ਸੀ, ਸੋ ਇਟਸ ਮੋਰ ਦੈਨ 2 ਇਅਰਸ। ਤੇ ਉਦੋਂ ਜਸਟਿਨ ਟਰੂਡੋ ਦੀ ਮੈਜੋਰਿਟੀ ਸਰਕਾਰ ਸੀ, ਉਸ ਬਜਟ ਦੇ ਪਾਸ ਹੋਣ ਵਾਸਤੇ ਕੋਈ ਇਸ਼ੂਜ਼ ਨਹੀਂ ਸੀ। ਇਸ ਬਜਟ ਵਾਸਤੇ ਉਹਨਾਂ ਨੂੰ ਘੱਟੋ ਘੱਟ ਕਿਸੇ ਇੱਕ ਪਾਰਟੀ ਦਾ ਸਮਰਥਨ ਲੋੜੀਂਦਾ ਹੋਏਗਾ ਐਂਡ ਦੈਟਸ ਪ੍ਰੀਟੀ ਮਚ ਸ਼ੋਰ ਕਿ ਉਹ NDP ਨੇ ਆਲਰੇਡੀ ਕਹਿ ਦਿੱਤਾ ਕਿ ਅਸੀਂ ਇਸ ਵੇਲੇ ਸਰਕਾਰ ਨਹੀਂ ਡੇਗਣੀ। ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਇੱਕ ਗੱਲ ਹੋਰ ਆ, ਜਦੋਂ ਪਿਛਲੀ ਵਾਰ ਬਜਟ ਪ੍ਰੈਜ਼ੈਂਟ ਕੀਤਾ ਗਿਆ ਸੀ, ਇੱਕ ਤੇ ਇਨ ਬਿਟਵੀਨ ਪੈਂਡੈਮਿਕ ਆ ਗਿਆ, ਉਹ ਬਹੁਤ ਵੱਡੀ ਤਬਦੀਲੀ ਰਹੀ, ਖਰਚੇ ਬਹੁਤ ਮੋਟੇ ਹੋਏ ਸਰਕਾਰ ਦੇ, ਉਹ ਬਹੁਤ ਵੱਡੀ ਤਬਦੀਲੀ ਰਹੀ, ਫਾਈਨੈਂਸ ਮਿਨਿਸਟਰ ਵੀ ਬਦਲ ਗਏ। ਯੈਸ, ਕ੍ਰਿਸਟੀਆ ਫਰੀਲੈਂਡ ਨੇ ਹੁਣ ਉਹਨਾਂ ਦਾ ਵੀ ਪਹਿਲਾ ਬਜਟ ਹੋਏਗਾ। ਤੇ ਵਿਜੇ, ਤੁਹਾਨੂੰ ਯਾਦ ਹੈ ਕਿ ਪਿਛਲੇ ਸਾਲ ਇੱਕ ਫਿਸਕਲ ਸਨੈਪਸ਼ਾਟ ਆਈ ਸੀ, ਉਸ ਤੋਂ ਬਾਅਦ ਇੱਕ ਫਾਲ ਇਕਨੋਮਿਕ ਅਪਡੇਟ ਆਈ ਸੀ। ਉਹਦੇ ਵਿੱਚ ਫਾਲ ਇਕਨੋਮਿਕ ਅਪਡੇਟ ਜਾਂ ਸਟੇਟਮੈਂਟ ਉਹਦੇ ਵਿੱਚ ਕਿਹਾ ਗਿਆ ਸੀ ਕਿ ਸਰਕਾਰ $100 ਬਿਲੀਅਨ ਖਰਚ ਕਰੇਗੀ ਐਜ਼ ਸਟਿਮੂਲਸ ਪੈਕੇਜ ਓਵਰ ਅ ਕੋਰਸ ਆਫ 3 ਇਅਰਸ ਕਿ ਰਿਵਾਈਵਲ ਦੇ ਲਈ, ਇਕੋਨਮੀ ਨੂੰ ਵਾਪਸ ਪੱਬਾਂ ਤੇ ਕਰਨ ਲਈ। ਤੇ ਪਰ ਉਹਦੀ ਕੋਈ ਡੀਟੇਲ ਨਹੀਂ ਸੀ ਦਿੱਤੀ ਗਈ ਤੇ ਆਪੋਜੀਸ਼ਨ ਪਾਰਟੀਜ਼ ਬਾਰ-ਬਾਰ ਕਹਿੰਦੀਆਂ ਰਹੀਆਂ ਕਿ ਦੱਸੋ ਤਾਂ ਸਹੀ ਵੀ ਕਿੱਥੇ ਤੁਸੀਂ ਖਰਚ ਕਰਨਾ 100 ਬਿਲੀਅਨ। ਤੇ ਉਦੋਂ ਤੋਂ ਹੀ ਆਪੋਜੀਸ਼ਨ ਨੂੰ ਇਹ ਖਦਸ਼ਾ ਸੀ ਕਿ ਜਿਹੜਾ ਇਹ 100 ਬਿਲੀਅਨ ਹੈ, ਇਹ ਸਰਕਾਰ ਉਦੋਂ ਦੱਸੇਗੀ ਕਿੱਥੇ ਖਰਚ ਕਰਨਾ ਜਦੋਂ ਇਲੈਕਸ਼ਨ ਨੇੜੇ ਹੋਏਗਾ। ਤੇ ਹੁਣ ਜਦੋਂ ਤੁਸੀਂ ਪਹਿਲਾਂ ਗੱਲ ਕਰ ਵੀ ਰਹੇ ਸੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਆਮ ਤੌਰ ਤੇ ਬਜਟ ਜਿਹੜਾ ਉਹ ਫਰਵਰੀ ਮਾਰਚ ਵਿੱਚ ਆਉਂਦਾ, ਤੇ ਇਹ ਗੱਲ ਪਤਾ ਲੱਗੀ ਸੀ ਕਿ ਇਸ ਸਾਲ ਫਰਵਰੀ ਮਾਰਚ ਵਿੱਚ ਬਜਟ ਨਹੀਂ ਹੋਣਾ, ਡਿਲੇ ਹੋਏਗਾ। ਤੇ ਹੁਣ ਜਦੋਂ ਕਿਹਾ ਗਿਆ ਕਿ ਜੀ ਹੁਣ 19 ਅਪ੍ਰੈਲ ਨੂੰ ਬਜਟ ਆਉਣਾ, ਤੇ ਕੀ ਇਹਦਾ ਮਤਲਬ ਇਹ ਹੈ ਕਿ ਇਲੈਕਸ਼ਨ ਹੋ ਸਕਦਾ? ਅੱਛਾ, ਹੁਣ ਕਿਉਂਕਿ ਜਦੋਂ ਇੰਨਾ ਵੱਡਾ ਅਮਾਊਂਟ ਰਿਕਵਰੀ ਦੇ ਆਧਾਰ ਤੇ ਜਦੋਂ ਐਲਾਨਿਆ ਜਾਣਾ, ਹੁਣ ਇਹਦੇ ਵਿੱਚ ਸਰਕਾਰ ਵੱਲੋਂ ਕਿਹਾ ਜਾ ਰਿਹਾ, ਇਹ ਕੋਸ਼ਿਸ਼ ਵੀ ਹੋ ਸਕਦੀ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇਸ ਗੱਲ ਵਾਸਤੇ ਉਕਸਾਇਆ ਜਾਵੇ ਕਿ ਇਹਦੇ ਉੱਪਰ ਕਿੰਤੂ ਪਰੰਤੂ ਕਰਨ, ਤੇ ਜੇ ਸਰਕਾਰ ਡਿੱਗਦੀ ਹੈ ਤਾਂ ਫਿਰ ਇਹ ਕਹਿਣ ਨੂੰ ਹੋ ਜਾਏਗਾ ਜੀ ਅਸੀਂ ਥੋੜ੍ਹਾ ਇਲੈਕਸ਼ਨ ਕਰਾਇਆ, ਅਸੀਂ ਤੇ ਲੋਕਾਂ ਨੂੰ COVID-19 ਦੀ ਜਿਹੜੀ ਇਕਨੋਮਿਕ ਮਾਰ ਪਈ ਹੈ ਉਹ ਤੋਂ ਬਚਾਉਣ ਵਾਸਤੇ ਖਰਚੇ ਕਰਨੇ ਚਾਹੁੰਦੇ ਸੀ, ਵਿਰੋਧੀ ਧਿਰਾਂ ਮੰਨੀਆਂ ਨਹੀਂ, ਹੁਣ ਇਲੈਕਸ਼ਨ ਹੋ ਰਿਹਾ, ਅਸੀਂ ਕੀ ਕਰੀਏ? ਪਰ ਨਾਲ ਦੀ ਨਾਲ ਉਹਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੋਣਗੀਆਂ, ਇਲੈਕਸ਼ਨ ਇਹ ਤੇ ਪਤਾ ਕਿ ਇਹ ਨਹੀਂ ਹੈਗਾ ਕਿ 4 ਸਾਲ ਬਾਅਦ ਹੀ ਹੋਣਾ। ਮਤਲਬ ਦੇਖੋ, 2 ਸਾਲ ਇਸ ਸਰਕਾਰ ਦੇ ਮਿਨੋਰਿਟੀ ਗਵਰਨਮੈਂਟ ਦੇ ਸਤੰਬਰ ਅਕਤੂਬਰ 'ਚ ਪੂਰੇ ਹੋ ਜਾਣੇ ਨੇ। ਜਿਹੜੀਆਂ ਵੀ ਤਰਜੀਹਾਂ ਉਹਦੇ ਵਿੱਚ ਪਾਸ ਹੋਣਗੀਆਂ, ਉਹਦਾ ਸਿਹਰਾ ਕਿਹਦੇ ਸਿਰ ਵੱਜੇਗਾ? ਅਗਲੇ ਇਲੈਕਸ਼ਨ 'ਚ ਜਿਹੜੀਆਂ ਉਹ ਡਿਵੈਲਪਮੈਂਟਸ ਕੀਤੀਆਂ ਜਾਣਗੀਆਂ, ਉਹ ਕਿਹਦੇ ਰੈਜ਼ੂਮੇ ਦੇ ਉੱਪਰ ਜਾਣਗੀਆਂ? ਲਿਬਰਲ ਸਰਕਾਰ ਦੇ। ਬਿਲਕੁਲ ਸਹੀ। ਤੇ ਹੁਣ ਦੇਖੋ, ਅਸੀਂ ਸਾਰੇ ਹੁਣ ਫਰੋਮ ਆਵਰ ਪਾਸਟ ਐਕਸਪੀਰੀਅੰਸ ਹੁਣ ਸਾਰੇ ਜਾਣਦੇ ਨੇ ਕਿ ਜਦੋਂ ਫਾਈਨੈਂਸ਼ੀਅਲ ਬਿਲਸ ਪਾਸ ਕੀਤੇ ਗਏ, COVID-19 ਰੈਸਕਿਊ ਪੈਕੇਜ, ਰਿਲੀਫ ਬੈਨੀਫਿਟ ਪੈਕੇਜ, ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਕੋਈ ਵੀ ਜਦੋਂ ਫਾਈਨੈਂਸ ਬਿੱਲ ਪੇਸ਼ ਹੁੰਦਾ, ਉਹ ਫਿਰ ਮੈਟਰ ਆਫ ਕੌਨਫੀਡੈਂਸ ਬਣ ਜਾਂਦਾ ਤੇ ਉਹਦੇ ਤੇ ਸਰਕਾਰ ਡਿੱਗ ਸਕਦੀ ਹੈ। ਤੇ ਹਰ ਵਾਰ NDP ਸਮਰਥਨ ਦਿੰਦੀ ਆਈ। ਬਜਟ ਸਭ ਤੋਂ ਵੱਡਾ ਫਾਈਨਾਂਸ ਬਿੱਲ ਆਪਣੇ ਆਪ 'ਚ, ਸੋ ਉਹਦੇ ਤੇ ਵੀ ਇਹ ਵੀ ਕੌਨਫੀਡੈਂਸ ਦਾ ਮੈਟਰ ਹੈ। ਪਰ NDP ਨੇ ਸਰਕਾਰ ਦੇ ਕੋਲੋਂ, ਜਿਹੜੀ ਤੁਸੀਂ ਗੱਲ ਕਰ ਰਹੇ ਨਾ ਕਿ ਸਰਕਾਰ ਉਕਸਾਉਣ ਦੀ ਕੋਸ਼ਿਸ਼ ਆਪ ਹੀ ਕਰ ਰਹੀ ਹੈ, ਕਿਉਂਕਿ ਲਿਬਰਲਸ ਚਾਹੁੰਦੇ ਨੇ, ਦੇ ਆਰ ਇਨ ਅ ਸਟਰੋਂਗ ਪੋਜੀਸ਼ਨ ਰਾਈਟ ਨਾਓ। ਉਹਨਾਂ ਨੇ ਲੋਕਾਂ ਨੂੰ ਤਾਜ਼ਾ CERB ਤੇ ਸਾਰੇ ਬੈਨੀਫਿਟਸ ਵੰਡੇ ਨੇ, ਤੇ ਕੰਜ਼ਰਵੇਟਿਵ ਪਾਰਟੀ ਕੋਈ ਬਹੁਤ ਹੀ ਸਟਰੋਂਗ ਨਹੀਂ, ਜਿਹੜੇ ਕਿ ਉਹਨਾਂ ਦੀ ਕਨਵੈਨਸ਼ਨ ਦੇ ਵਿੱਚ ਕਲੀਅਰ ਹੋਈ ਹੈ ਗੱਲ। ਤੇ NDP ਦੇ ਕੋਲ ਉਹ ਅਜੇ ਬੇਸ ਨਹੀਂ ਹੈਗਾ ਕਿ ਉਹ ਮੈਜੋਰਿਟੀ ਗਵਰਨਮੈਂਟ ਫਾਰਮ ਕਰ ਸਕਣ। ਤੇ ਲਿਬਰਲ ਪਾਰਟੀ ਵੁੱਡ ਵਾਂਟ ਕਿ ਇਲੈਕਸ਼ਨ ਹੋਵੇ, ਪਰ ਜਿਹੜੇ ਉਹ ਗੱਲ ਹੈ ਨਾ ਕਿ ਉਕਸਾ ਕੇ ਇਲੈਕਸ਼ਨ ਕਰਵਾ ਲੈਣਾ, ਉਹ ਜਿਹੜਾ ਸਵਾਦ ਮਿਲਣਾ ਸੀ ਲਿਬਰਲ ਪਾਰਟੀ ਨੂੰ, ਉਹ NDP ਨੇ ਬੇਸਵਾਦਾ ਕਰਤਾ। ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਟ੍ਰਿਗਰ ਨਹੀਂ ਹੋਣ ਦੇਣਾ ਜਦੋਂ ਤੱਕ ਪੈਂਡੈਮਿਕ ਤੋਂ ਅਸੀਂ ਰਿਕਵਰ ਨਹੀਂ ਕਰਦੇ, ਕਿਉਂਕਿ ਲੋਕਾਂ ਦਾ ਧਿਆਨ ਇਸ ਵੇਲੇ ਇਸ ਗੱਲ ਵੱਲ ਹੈ ਕਿ ਆਹ ਜਿਹੜੀ ਮਹਾਮਾਰੀ ਫੈਲੀ ਹੋਈ ਹੈ, ਇਹ ਤੋਂ ਬਚਿਆ ਜਾਵੇ। ਅੱਛਾ, ਇੱਕ ਹੋਰ ਕੀ ਦੇਖੋ, ਕੈਲਕੂਲੇਸ਼ਨ ਦੇ ਵਿੱਚ ਸਾਰੀ ਗੱਲ ਪਤਾ ਕੀ ਆਉਂਦੀ ਆ? ਪਿਛਲੇ ਸਾਲ ਜਦੋਂ ਬਜਟ ਦਾ ਟਾਈਮ ਸੀ, ਉਦੋਂ ਹੀ ਪੈਂਡੈਮਿਕ ਡਿਕਲੇਅਰ ਹੋ ਗਿਆ। ਉਦੋਂ ਸਰਕਾਰ ਦਾ ਇਹ ਕਹਿਣਾ ਸੀ, ਦੇਖੋ ਬਜਟ ਦਾ ਮਕਸਦ ਕੀ ਹੁੰਦਾ ਕਿ ਅਸੀਂ ਤੁਹਾਨੂੰ ਐਸਟੀਮੇਟਸ ਦੇਵਾਂਗੇ ਕਿ ਇਸ ਡਿਪਾਰਟਮੈਂਟ ਦੇ ਵਿੱਚ ਇੰਨਾ ਖਰਚਾ, ਇੱਥੇ ਤਰਜੀਹੀ ਤੌਰ ਤੇ ਇੰਨਾ ਐਕਸਪੈਂਸ ਕਰਾਂਗੇ। ਕਹਿੰਦੇ ਹਲੇ ਤੇ ਇਹੀ ਨਹੀਂ ਪਤਾ ਪੈਸੇ ਕਿੱਥੇ ਕਿੰਨੇ ਲਾਉਣੇ ਪੈਣਗੇ, ਇਸ ਕਰਕੇ ਬਜਟ ਪ੍ਰੈਜ਼ੈਂਟ ਕਰਨਾ ਹੀ ਬੇਬੁਨਿਆਦ ਹੋ ਜਾਏਗਾ। ਲੈਟਸ ਸੀ ਕਿ ਪੈਂਡੈਮਿਕ ਕਿਵੇਂ ਦਾ ਰਹਿੰਦਾ। ਉਸ ਤੋਂ ਬਾਅਦ ਆ ਫਾਲ ਜਿਹੜੀ ਅਪਡੇਟ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਉਦੋਂ ਦੱਸਿਆ ਗਿਆ ਸੀ ਕਿ ਜਿਹੜਾ ਫੈਡਰਲ ਡੈਟ ਹੈ ਉਹ ਵੱਧ ਕੇ, ਫੈਡਰਲ ਕਰਜ਼ਾ 1.1 ਟ੍ਰਿਲੀਅਨ ਦਾ ਹੋ ਜਾਣਾ, ਤੇ 2020-25-26 ਤੱਕ ਉਹ ਵੱਧ ਕੇ 1.38 ਟ੍ਰਿਲੀਅਨ ਦਾ ਹੋ ਜਾਣਾ। ਸੋ ਹੁਣ ਇਹਦੇ ਵਿੱਚ ਸਾਰੇ ਇਸ਼ੂਜ਼ ਕੀ ਆਉਂਦੇ ਨੇ? ਟ੍ਰਿਲੀਅਨ 'ਚ ਕਿੰਨੀਆਂ ਜ਼ੀਰੋਆਂ ਆਉਂਦੀਆਂ ਵੀ ਦੱਸ ਦਿਓ ਵੀਰੇ। 1000 ਬਿਲੀਅਨ ਹੈ 1 ਟ੍ਰਿਲੀਅਨ ਦਾ, ਹੈ ਨਾ? ਸੋ 1 ਮਿਲੀਅਨ ਸੋ 1 ਬਿਲੀਅਨ ਇਜ਼ ਇਕੁਅਲ ਟੂ 1 ਮਿਲੀਅਨਸ। ਸੋ 12 ਜ਼ੀਰੋਆਂ ਨੇ। ਬੱਲੇ ਬੱਲੇ ਬੱਲੇ। ਚੈੱਕ ਵੱਡੇ ਕਰਨੇ ਪੈਣੇ ਨੇ ਉਹ ਥੋੜੇ। ਉਹ ਫਿਰ ਹੁੰਦਾ ਨੇ ਜਿਹੜਾ ਲੋਟਰੀ ਵਾਲਾ,
ਵੱਡਾ ਸਾਰਾ ਉਹ ਜਿਹੜਾ ਕ੍ਰਿਕਟ ਦੇ ਜਿਹੜੇ ਜਿੱਤਦੇ ਨੇ ਉਹਨਾਂ ਨੂੰ ਮਿਲਦਾ ਹੁੰਦਾ ਨਾ ਹੀਰੋ ਕੱਪ, ਉਹ ਚੈੱਕ ਘੱਟ ਪੋਸਟਰ ਜ਼ਿਆਦਾ ਹੁੰਦਾ ਉਹ। ਬਟ ਐਨੀਵੇ, ਸੋ ਬਜਟ ਦੇ ਵਿੱਚ ਵਾਸੂ ਜਿਹੜੀ ਹੋਰ ਗੱਲਾਂ ਆਉਣਗੀਆਂ, ਕਹਿੰਦੇ ਹੁਣ ਸਰਕਾਰ ਨੇ ਇੱਕ ਤੇ ਚਾਈਲਡ ਕੇਅਰ, ਨੈਸ਼ਨਲ ਚਾਈਲਡ ਕੇਅਰ, ਕਹਿੰਦੇ ਉਹਦੇ ਵਿੱਚ ਇਹਦੀ ਤਰਜੀਹ ਦਿੱਤੀ ਜਾਏਗੀ। ਨਾਲ ਹੀ ਇਹ ਵੀ ਗੱਲ ਹੋਣੀ ਹੈ ਕਿ ਰੈਵਨਿਊ ਦੇ ਨਵੇਂ ਸੋਰਸਿਸ ਕਿਹੜੇ ਖੜੇ ਕੀਤੇ ਜਾਣ, ਤੇ ਉਹ ਹੋਏਗਾ ਡਿਜੀਟਲ ਜਿਹੜੀਆਂ ਕੰਪਨੀਆਂ ਨੇ, ਐਮਾਜ਼ੋਨ ਹੋਈ, ਨੈਟਫਲਿਕਸ ਹੋਈ, ਐਪਲ, ਫੇਸਬੁੱਕ ਹੋਈ, ਇਹਨਾਂ ਉੱਤੇ ਜਿਹੜੇ ਟੈਕਸਿਸ ਨਵੇਂ ਉਹ ਕਿਸ ਤਰੀਕੇ ਨਾਲ ਲਗਾਏ ਜਾਣਗੇ। ਤੇ ਫੇਸਬੁੱਕ ਤਾਂ ਹਾਲ ਵਿੱਚ ਕਿੰਨੀ ਖਬਰਾਂ ਦੇ ਵਿੱਚ ਆਸਟ੍ਰੇਲੀਆ, ਯੈਸ, ਤੇ ਨਿਊਜ਼ ਸ਼ੇਅਰਿੰਗ ਨੂੰ ਲੈ ਕੇ, ਤੇ NDP ਦੀ ਡਿਮਾਂਡ ਵਿਜੇ ਵਾਰ-ਵਾਰ ਉਹੀ ਹੈ ਕਿ ਫਾਰਮਾ ਕੇਅਰ ਬਿੱਲ ਲੈ ਕੇ ਆਓ। ਸੋ ਕੀ ਹੁਣ ਲਿਬਰਲ ਸਰਕਾਰ NDP ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ? ਅਸੀਂ ਇਨ ਦ ਪਾਸਟ ਵੀਵ ਸੀਨ ਕਿ NDP ਨੇ ਡਿਮਾਂਡ ਕੀਤੀ, ਸਭ ਤੋਂ ਪਹਿਲੀ ਵਾਰ ਜਗਮੀਤ ਸਿੰਘ ਨੇ ਕਿਹਾ ਸੀ ਕਿ ਜੀ 2000 ਦੇ ਚੈੱਕ ਸਾਰਿਆਂ ਨੂੰ ਦੇ ਦਿਓ, ਬਾਅਦ ਵਿੱਚ ਦੇਖ ਲਾਂਗੇ ਕਿ ਵਾਪਸ ਕਿਹਦੇ ਕੋਲ ਲੈਣੇ ਕਿਹਦੇ ਕੋਲ ਨਹੀਂ। ਇਦਾਂ ਤਾਂ ਨਹੀਂ ਕੀਤਾ ਸਰਕਾਰ ਨੇ, ਪਰ 2000 ਦੇ ਚੈੱਕ ਜ਼ਰੂਰ ਦੇ ਦਿੱਤੇ ਜਿਹੜੇ ਸਟੂਡੈਂਟ ਸੀਗੇ ਨਾ ਉਹਨਾਂ ਵਾਸਤੇ, ਕਿਉਂਕਿ ਪਹਿਲਾਂ ਬੈਨੀਫਿਟ ਘੱਟ ਸੀ ਤੇ ਉਹ ਬੈਨੀਫਿਟ NDP ਦੇ ਕਹੇ ਤੇ ਹੀ ਵਧਿਆ ਸੀ। ਹੁਣ ਲੇਟਲੀ ਪਿਛਲੇ ਹਫ਼ਤੇ ਹੀ ਜਗਮੀਤ ਸਿੰਘ ਨੇ ਇਹ ਗੱਲ ਵੀ ਕੀਤੀ ਹੈ ਵੀ ਜਿਹੜਾ ਸਟੂਡੈਂਟ ਲੋਨ ਦੇ ਉੱਪਰ ਇੰਟਰਸਟ ਆ, ਉਹ ਕਹਿੰਦੇ ਉਹ ਮਾਫ ਕਰੋ। ਤੇ ਜਿਹੜੀ ਹੁਣ ਉਦੋਂ ਤਾਂ ਸਰਕਾਰ ਮੰਨਦੀ ਰਹੀ ਕਿਉਂਕਿ ਸਮਰਥਨ ਚਾਹੀਦਾ ਸੀ, ਤੇ ਜੇ ਸਮਰਥਨ ਨਾ ਮਿਲਦਾ ਸਰਕਾਰ ਡਿੱਗ ਸਕਦੀ ਸੀ। ਪਰ ਹੁਣ ਕਿਉਂਕਿ NDP ਖੁੱਲ ਕੇ ਆਪ ਹੀ ਕਹਿ ਚੁੱਕੀ ਹੈ ਕਿ ਅਸੀਂ ਇਲੈਕਸ਼ਨ ਟ੍ਰਿਗਰ ਨਹੀਂ ਕਰਾਉਣਾ, ਤੇ ਕੀ ਹੁਣ ਲਿਬਰਲ ਸਰਕਾਰ NDP ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ ਕਿ ਨਹੀਂ ਕਰੇਗੀ? ਅੱਛਾ, ਇੱਕ ਗੱਲ ਹੋਰ ਹੈ ਵਾਸੂ, ਅਸੀਂ ਇੱਕ ਦਿਨ ਪਹਿਲਾਂ ਵੀ ਇੱਕ ਕੋਟ ਸਾਂਝਾ ਕੀਤਾ ਸੀ, ਕਿਸੇ ਨੇ ਬੜੀ ਵਧੀਆ ਗੱਲ ਕਹੀ ਸੀ, ਕਹਿੰਦੇ ਜਦੋਂ ਤੁਸੀਂ ਮਾਈਨੋਰਿਟੀ ਸਰਕਾਰ ਦੀ ਸਿਚੁਏਸ਼ਨ 'ਚ ਹੁੰਦੇ ਹੋ, ਜਾਂ ਤੇ ਤੁਸੀਂ ਉਦੋਂ ਇਲੈਕਸ਼ਨ ਕਰਾਓ ਜਦੋਂ ਤੁਹਾਨੂੰ ਪਤਾ ਕਿ ਤੁਹਾਡੀ ਸਭ ਤੋਂ ਸਟਰੋਂਗ ਪੋਜੀਸ਼ਨ ਹੈ, ਨਹੀਂ ਤਾਂ ਤੁਹਾਡੇ ਵਿਰੋਧੀ ਉਦੋਂ ਇਲੈਕਸ਼ਨ ਕਰਾ ਲੈਣਗੇ ਜਦੋਂ ਤੁਹਾਡੀ ਸਭ ਤੋਂ ਵੀਕ ਪੋਜੀਸ਼ਨ ਹੋਏਗੀ। ਇਹਦੀ ਮਿਸਾਲ ਅਸੀਂ BC ਦੇ ਵਿੱਚ ਵੇਖ ਚੁੱਕੇ ਹਾਂ ਕਿ ਜੌਨ ਹੌਰਗਨ ਨੇ ਸਨੈਪ ਇਲੈਕਸ਼ਨ ਉਦੋਂ ਕਰਵਾਇਆ ਜਦੋਂ ਉਹਨਾਂ ਨੂੰ ਪਤਾ ਸੀ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਸੀ। ਸਰਕਾਰ ਦੇ ਕੌਨਫੀਡੈਂਸ ਵੋਟ ਦੇ ਉੱਪਰ ਸਰਕਾਰ ਬਣਦੀ ਹੈ, ਬਣੀ ਰਹਿੰਦੀ ਹੈ ਜਾਂ ਡਿੱਗਦੀ ਹੈ, ਰਿਗਾਰਡਲੈਸ ਆਫ ਦੈਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਸੇ ਵੀ ਵੇਲੇ ਗਵਰਨਰ ਜਨਰਲ ਕੋਲ ਜਾ ਕੇ ਪਾਰਲੀਮੈਂਟ ਨੂੰ ਭੰਗ ਕਰਨ ਦੀ ਮੰਗ ਕਰ ਸਕਦੇ ਨੇ, ਤੇ ਉਸ ਤੋਂ ਬਾਅਦ ਇਲੈਕਸ਼ਨ ਟ੍ਰਿਗਰ ਹੋ ਸਕਦਾ। ਅੱਛਾ, ਹੁਣ ਗਵਰਨਰ ਜਨਰਲ ਵੀ ਉਹ ਵੀ ਆਰਜ਼ੀ ਨੇ, ਪਰ ਜਿਹੜੇ ਸੁਪਰੀਮ ਕੋਰਟ ਆਫ ਕੈਨੇਡਾ ਦੇ ਚੀਫ ਜਸਟਿਸ ਨੇ ਰਿਚਰਡ ਵੈਗਨਰ, ਇਸ ਵੇਲੇ ਉਹ ਕਹਿ ਲਓ ਕਿ ਹੀ ਸਟਾਪ ਗੈਪ ਅਰੇਂਜਮੈਂਟ, ਯੈਸ, ਸੋ ਕੇਅਰਟੇਕਰ। ਤੇ ਉਹ ਪਹਿਲਾਂ ਵੀ ਸਟੋਰੀ ਵਿੱਚ ਮੈਂਸ਼ਨ ਆਪਾਂ ਕੀਤੀ ਸੀ ਇਹ ਸਾਂਝੀ ਕਿ ਇਟ ਵਿਲ ਬੀ ਵੈਰੀ ਵੈਰੀ ਅਨਕੰਫਰਟੇਬਲ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਪੋਲੀਟੀਕਲ ਡਿਸੀਜਨ ਉਹਨਾਂ ਨੂੰ ਤੇ ਸਾਈਨ ਕਰਨਾ ਪਵੇ ਕਿ ਇਲੈਕਸ਼ਨ ਕਰਾਇਆ ਜਾ ਰਿਹਾ। ਸੋ ਇਹਦਾ ਇਹ ਮਤਲਬ ਹੈ ਕਿ ਜਿਹੜਾ ਨਵਾਂ ਗਵਰਨਰ ਜਨਰਲ ਜਦੋਂ ਨਿਯੁਕਤ ਹੋ ਜਾਏਗਾ, ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਣ ਦੇ ਚਾਂਸਸ ਹੋਰ ਸਟਰੋਂਗ ਹੋ ਜਾਣਗੇ, ਕਿਉਂਕਿ ਹੁਣ ਦੇਖੋ ਗੱਲ ਤੇ ਤੀਜੀ ਵੇਵ ਦੀ ਚੱਲ ਪਈ ਵੀ ਇੱਥੇ ਕੋਵਿਡ ਦੀ ਤੀਜੀ ਵੇਵ ਫੈਲੀ ਆ। ਪਰ ਹੁਣ ਗੱਲ ਇਹ ਨਾ ਕਿ ਸਰਕਾਰ ਦੇ ਕੋਲ ਇੱਕ ਜਿਹੜਾ ਬੜਾ ਵੱਡਾ ਲੋਕਾਂ ਨੂੰ ਇੱਕ ਰੀਜ਼ਨ, ਇੱਕ ਜਸਟੀਫਾਈ ਕਰਨ ਦਾ, ਇਲੈਕਸ਼ਨ ਜਸਟੀਫਾਈ ਕਰਨ ਦਾ ਇੱਕ ਬਹੁਤ ਵੱਡਾ ਇੱਕ ਟਰੰਪ ਕਾਰਡ ਮਿਲ ਗਿਆ, ਉਹ ਹੈਗਾ ਵੈਕਸੀਨੇਸ਼ਨ ਪ੍ਰੋਗਰਾਮ, ਐਂਡ ਇਟ ਇਜ਼ ਪਿਕਿੰਗ ਅਪ ਟਰੰਪ ਕਾਰਡ ਐਂਡ ਇਟ ਇਜ਼ ਪਿਕਿੰਗ ਅਪ ਸਪੀਡ। ਤੇ ਹੁਣ ਸਰਕਾਰ ਆ ਕੇ ਕਹਿ ਸਕਦੀ ਹੈ ਕਿ ਜੀ ਜੂਨ ਤੱਕ ਦੇਖੋ ਅਸੀਂ ਸਾਰੇ ਕੈਨੇਡੀਅਨਸ ਨੂੰ ਇੱਕ ਡੋਜ਼ ਲਗਾ ਦਿੱਤੀ ਹੈ, ਅਸੀਂ ਸਤੰਬਰ 'ਚ ਇਲੈਕਸ਼ਨ ਕਰਾ ਰਹੇ ਹਾਂ। ਅੱਛਾ, ਇਸੇ ਬਜਟ ਦੇ ਵਿੱਚ ਇਹ ਵੀ ਵੇਖਣਾ ਹੋਏਗਾ 에ਅਰਲਾਈਨਸ ਵਾਸਤੇ, ਟੂਰਿਜ਼ਮ ਸੈਕਟਰ ਵਾਸਤੇ ਜਿਹੜੇ ਟਾਰਗੇਟਡ ਬੈਨੀਫਿਟਸ ਨੇ ਉਹ ਕਿਸ ਹਿਸਾਬ ਦੇ ਹੋਣਗੇ। ਐਰੀਨੋ ਟੂਲ ਨੇ ਚਿੱਠੀ ਲਿਖੀ ਇੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਬਜਟ ਉਹ ਕਨਵੈਨਸ਼ਨ ਹੀ ਹੈ। ਹਾਂ, ਕਨਵੈਨਸ਼ਨ ਹੈ। ਅੱਜ ਕੱਲ ਇਸ WhatsApp ਦੇ ਦੌਰ ਦੇ ਵਿੱਚ ਚਿੱਠੀਆਂ ਹਲੇ ਵੀ ਲਿਖੀਆਂ ਜਾਂਦੀਆਂ ਨੇ, ਇਸ ਸਿਆਸੀ ਪੱਧਰ ਤੇ ਅਫੀਸ਼ੀਅਲ ਜਿਹੜਾ ਕੰਮਕਾਜ ਹੈ ਉਹ ਚਿੱਠੀ ਪੱਤਰੀ ਰਾਹੀਂ ਹੁੰਦਾ। ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਦੇ ਉੱਪਰ ਇਤਰਾਜ਼ ਕੀਤਾ, ਕਹਿੰਦੇ ਵੀ ਫੈਡਰਲ ਸਰਕਾਰ ਨੇ ਕੋਸ਼ਿਸ਼ ਕੀ ਕਰਨੀ ਹੈ, ਫੈਡਰਲ ਲਿਬਰਲਸ ਨੇ, ਕਿ ਹਲੇ ਇਸ ਵੇਲੇ $1.17 ਟ੍ਰਿਲੀਅਨ ਦੀ ਬੇਸਿਕਲੀ ਬੋਰੋਇੰਗ ਲਿਮਿਟ ਹੈ। ਲਾ ਲਓ ਜਿਵੇਂ ਕ੍ਰੈਡਿਟ ਕਾਰਡ ਦੀ ਲਿਮਿਟ ਹੁੰਦੀ ਹੈ, ਫੈਡਰਲ ਸਰਕਾਰ ਦੀ ਮੈਕਸਿਮਮ ਲਿਮਿਟ ਹੈ $1.17 ਟ੍ਰਿਲੀਅਨ, ਜਿਹੜੀ ਕਿ ਨੈਸ਼ਨਲ ਡੈਟ ਇਸ ਵੇਲੇ ਹਲੇ 1.1 ਟ੍ਰਿਲੀਅਨ ਤੇ ਆ। ਉਹਨੂੰ ਕਹਿੰਦੇ ਵਧਾ ਕੇ ਇਹ $1.83 ਟ੍ਰਿਲੀਅਨ ਕਰਨਾ ਚਾਹੁੰਦੇ ਨੇ। $630 ਬਿਲੀਅਨ ਦਾ ਫਰਕ ਹੈ ਇਹ। ਤੇ ਇਹ ਜਿਹੜਾ ਬਿੱਲ ਹੈ ਆਲਰੇਡੀ ਕੰਸੀਡਰ ਕੀਤਾ ਜਾ ਰਿਹਾ ਫਾਈਨੈਂਸ ਕਮੇਟੀ ਦੇ ਵਿੱਚ, ਤੇ ਹੁਣ ਐਰੀਨੋ ਟੂਲ ਨੇ ਮੰਗ ਕੀਤੀ ਹੈ ਕਿ ਤੁਸੀਂ ਇਹ ਕੰਸੀਡਰ ਨਾ ਕਰੋ ਕਿ ਆਪਣੀ ਜਿਹੜੀ ਲਿਮਿਟ ਵਧਾਓ ਨਾ, ਆਲਰੇਡੀ ਬਹੁਤ ਖਰਚਾ। ਤੇ ਇਹ ਤਾਂ ਵੀ ਗੱਲ ਹੈਗੀ ਡੈਟ ਦੀ, ਜਿਹੜਾ ਫਿਸਕਲ ਡੈਫਿਸਿਟ ਆ ਉਹ ਵੀ ਹੁਣ 400 ਬਿਲੀਅਨ ਦੇ ਨੇੜੇ ਤੇੜੇ ਇਸ ਸਾਲ ਦਾ, ਹਾਂ ਇਸ ਵਿੱਤੀ ਵਰ੍ਹੇ ਦਾ, ਤੇ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਹੁਣ ਇਹ ਕਰੀਏ ਬਸ ਛੋਟੀ ਜੀ ਬ੍ਰੇਕ ਲੈ ਲਈਏ। ਮੇਨ ਫੋਕਸ ਹੋਣਾ ਹੈ ਕਿ $100 ਬਿਲੀਅਨ ਜਿਹੜੇ ਨੇ ਉਹ ਕਿੱਥੇ ਜਾਣਾ, ਸਟਿਮੂਲਸ ਪੈਕੇਜ ਵਾਲੇ, ਉਹ ਕਿੱਥੇ ਜਾਣਗੇ, ਤੇ ਉਹ ਜਿੱਥੇ ਜਾਣਗੇ ਉਹ ਤੋਂ ਪਤਾ ਲੱਗ ਜਾਣਾ ਕਿ ਇਲੈਕਸ਼ਨ ਹੋਣਾ ਕਿ ਨਹੀਂ। ਹਾਂ, ਸਹੀ ਗੱਲ ਹੈ, ਕਿਹੜੇ ਪ੍ਰੋਜੈਕਟਸ ਦੇ ਵਿੱਚ ਤੇ ਕਿੱਥੇ ਉਹਨੂੰ ਤਰਜੀਹ ਦਿੱਤੀ ਜਾਂਦੀ ਆ। ਬਾਕੀ ਉਹੀ ਹੈ, ਆਪਾਂ ਪਰਸੋਂ ਵੀ ਗੱਲ ਕੀਤੀ ਸੀ ਇਹ ਕਿ ਮਾਈਨੋਰਿਟੀ ਸਰਕਾਰ ਦੇ ਵਿੱਚ ਬਾਈ ਇਲੈਕਸ਼ਨ ਜਾਂ ਅਰਲੀ ਇਲੈਕਸ਼ਨ ਹੋਣਾ ਗ੍ਰੀਨ ਹਾਊਸ ਵਿੱਚ ਲੱਗੇ ਟਮਾਟਰ ਵਰਗਾ ਰਾਤੋਂ ਰਾਤ ਪੱਕ ਸਕਦਾ। ਤੇ ਇਹ ਜਿਹੜਾ ਬਜਟ ਦਾ ਜਿਵੇਂ ਤੁਸੀਂ ਉਹਦਾ ਗੱਲ ਕੀਤੀ ਸੀ, ਫਿਰ ਮਸਾਲਾ ਲਾ ਕੇ ਉਹਨੂੰ ਕਰਨਾ ਪੈਂਦਾ ਨਾ, ਉਗਾਉਣਾ ਪੈਂਦਾ। ਸੋ ਇਹ ਜਿਹੜਾ ਬਜਟ ਹੈ ਇਹ ਉਸੇ ਗ੍ਰੀਨ ਹਾਊਸ 'ਚ ਲੱਗੇ ਟਮਾਟਰ ਨੂੰ ਮਸਾਲਾ ਲਾਏਗਾ, ਜਾਂ ਮਸਾਲੇ ਨਾਲ ਕਿਹਦਾ ਗਲਾ ਖਰਾਬ ਹੋਏਗਾ ਇਹ ਪਤਾ ਲੱਗੇਗਾ ਬਹੁਤ ਜਲਦ।